परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। ਮੂਰਖ ਤੇ ਪੰਡਤ ਹੋਣ ਦੇ ਅਤੇ ਪੰਡਤ ਤੋਂ ਮੂਰਖ ਹੋਣ ਦੀ ਕੁਦਰਤ ਕ੍ਰਿਸ਼ਮੇ ਦੀ ਇੱਕ ਸਾਖੀ ਆਉਂਦੀ ਹੈ, ਜਿਸ ਦਾ ਹਵਾਲਾ ਭਾਈ ਗੁਰਦਾਸ ਜੀ ਨੇ ਵੀ ਦਿੱਤਾ ਹੈ। ਇੱਕ ਵਾਰ ਰਾਜੇ ਭੋਗ ਦੇ ਦਰਬਾਰ ਵਿੱਚ ਦਿਗ ਵਿਜੇਤਾ ਪੰਡਤ ਆਇਆ, ਜਿਸ ਨੇ ਸਾਰੀਆਂ ਦਿਸ਼ਾਵਾਂ ਦੇ ਵਿਦਵਾਨ ਜਿੱਤ ਲਏ ਸਨ, ਕਿਉਂਕਿ ਉਸ ਨੂੰ ਪਤਾ ਸੀ ਕਿ ਇੱਥੇ ਵੀ ਬਹੁਤ ਵੱਡੇ ਵੱਡੇ ਵਿਦਵਾਨ ਰਹਿੰਦੇ ਹਨ। ਉਸਨੇ ਆ ਕੇ ਨਗਰੀ ਵਿੱਚ ਢੰਡੋਰਾ ਫਿਰਵਾ ਦਿੱਤਾ ਕਿ ਇੱਥੋਂ ਦੇ ਵਿਦਵਾਨ ਜਾਂ ਤਾਂ ਮੇਰੇ ਨਾਲ ਚਰਚਾ ਕਰਕੇ ਮੈਨੂੰ ਹਰਾਉਣ ਜਾਂ ਹਾਰ ਮੰਨ ਕੇ ਸਾਰੇ ਗ੍ਰੰਥ ਮੇਰੀ ਭੇਟਾ ਕਰ ਦੇਣ। ਵਿਦਵਾਨ ਪੰਡਤਾਂ ਨੂੰ ਬਹੁਤ ਫਿਕਰ ਪੈ ਗਿਆ ਤਾਂ ਇੱਕ ਸੂਝਵਾਨ ਕਮਾਈ ਵਾਲੇ ਸੰਤ ਪੁਰਸ਼ ਨੇ ਭਵਿੱਖਤ ਵਾਰਤਾ ਜਾਣਦੇ ਹੋਏ ਉਹਨਾਂ ਪੰਡਤਾਂ ਨੂੰ ਕਿਹਾ ਕਿ ਜੇਕਰ ਤੁਸੀਂ ਗਾਂਗੇ ਤੇਲੀ ਨੂੰ ਚਰਚਾ ਲਈ ਤਿਆਰ ਕਰਕੇ ਮੂਹਰੇ ਲਾ ਲਓ ਤਾਂ ਉਸ ਦੇ ਰਾਹੀਂ ਤੁਹਾਡੀ ਸਾਰਿਆਂ ਦੀ ਜਿੱਤ ਹੋ ਜਾਏਗੀ। ਤਾਂ ਸਾਰੇ ਵਿਦਵਾਨ ਪੰਡਤ ਇਕੱਠੇ ਹੋ ਕੇ ਗਾਂਗੇ ਤੇਲੀ ਕੋਲ ਜਾ ਕੇ ਪਿਆਰ ਤੇ ਨਿਮਰਤਾ ਨਾਲ ਉਸ ਨੂੰ ਚਰਚਾ ਕਰਨ ਲਈ ਕਿਹਾ। ਤਾਂ ਇਹ ਤੇਲੀ ਕੋਈ ਬਹੁਤ ਅਕਲ ਦਾ ਮਾਲਕ ਤਾਂ ਹੈ ਨਹੀਂ ਸੀ, ਜੋ ਸੋਚਦਾ ਕਿ ਇੱਕ ਵਿਦਵਾਨ ਨਾਲ ਮੇਰਾ ਕੀ ਕੰਮ ਹੈ। ਸਾਰੇ ਇਸ ਤੇਲੀ ਨੂੰ ਵੱਡਾ ਮੂਰਖ ਮੰਨਦੇ ਸਨ। ਮੂਰਖ ਬੰਦਾ ਕਿਸੇ ਵੀ ਕਾਰਜ ਦਾ ਪਰਿਣਾਮ ਨਹੀਂ ਸੋਚਦਾ ਕਿ ਇਸ ਦਾ ਅੰਤ ਕੀ ਹੋਵੇਗਾ। ਇਸ ਲਈ ਉਹ ਝੱਟ ਹੀ ਤਿਆਰ ਹੋ ਗਿਆ। ਪੰਡਤਾਂ ਨੇ ਗਾਂਗੇ ਤੇਲੀ ਨੂੰ ਪਹਿਲਾਂ ਇਸ਼ਨਾਨ ਕਰਵਾਇਆ, ਫਿਰ ਅਜਿਹੇ ਵਸਤਰ ਪਹਿਰਾਏ ਜਿਸ ਕਰਕੇ ਬਾਕੀ ਦੇ ਵਿਦਵਾਨਾਂ ਨਾਲੋਂ ਇਸ ਦਾ ਵੱਖਰਾ ਪ੍ਰਭਾਵ ਪੈਂਦਾ ਸੀ। ਇਸ ਦੇ ਤੇੜ ਧੋਤੀ, ਮੱਥੇ 'ਤੇ ਟਿੱਕਾ, ਹੱਥ ਵਿੱਚ ਰੁਮਾਲ ਤੇ ਪੈਰਾਂ ਵਿੱਚ ਨਵੀਂ ਜੁੱਤੀ ਪਹਿਨਾਈ। ਇਸ ਤਰ੍ਹਾਂ ਉਸ ਨੂੰ ਸਜਾ ਕੇ ਆਪਣੇ ਨਾਲ ਲੈ ਗਏ। ਉਧਰ ਰਾਜੇ ਭੋਜ ਨੇ, ਜਿੱਥੇ ਵਿਦਵਾਨਾਂ ਦੇ ਚਰਚਾ ਲਈ ਆਪਣੇ ਕੋਲ ਜਗ੍ਹਾ ਦਾ ਪ੍ਰਬੰਧ ਕੀਤਾ ਹੋਇਆ ਸੀ, ਸਭਾ ਦੇ ਨੇੜੇ ਜਾ ਕੇ ਗਾਂਗੇ ਤੇਲੀ ਨੂੰ ਜੁੱਤੀ ਦਾ ਭੈ ਕਰਕੇ ਕਿ ਕਿਤੇ ਕੋਈ ਨਵੀਂ ਜੁੱਤੀ ਚੁੱਕ ਕੇ ਨਾਲ ਨਾ ਲੈ ਜਾਵੇ, ਉਸਨੇ ਉਹ ਜੁੱਤੀ ਕੱਪੜੇ ਵਿੱਚ ਚੰਗੀ ਤਰ੍ਹਾਂ ਲਪੇਟ ਕੇ ਆਪਣੀ ਕੱਛ ਵਿੱਚ ਰੱਖ ਲਈ। ਹੁਣ ਪੰਡਤਾਂ ਦੇ ਇਕੱਠ ਵਿੱਚ ਮੂਹਰੇ ਹੋਇਆ ਗਾਂਗਾ ਤੇਲੀ, ਜਿਸ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਇਤਨਾ ਸਤਿਕਾਰ ਮਿਲਿਆ ਸੀ, ਉਹ ਬਹੁਤ ਠਾਠ ਨਾਲ ਤੁਰਦਾ ਜਾ ਰਿਹਾ ਸੀ। ਤੇ ਰਾਜੇ ਨੇ ਵੀ ਵਿਦਵਾਨਾਂ ਦਾ ਆਗੂ ਸਮਝ ਕੇ ਦੂਸਰੇ ਚਰਚਾ ਕਰਨ ਆਏ ਪੰਡਤ ਦੇ ਬਰਾਬਰ ਬਿਠਾ ਦਿੱਤਾ ਤੇ ਸਭਾ ਵਿੱਚ ਸਾਰੇ ਇੱਕ ਬਹੁਤ ਤੀਬਰਤਾ ਨਾਲ ਦੇਖਣ ਲੱਗੇ ਕਿ ਬਹਿਸ ਕਿੱਥੋਂ ਸ਼ੁਰੂ ਹੋਵੇਗੀ। ਵਜ਼ੀਰ ਨੇ ਰਾਜੇ ਭੋਜ ਤੋਂ ਆਗਿਆ ਲੈ ਕੇ ਚਰਚਾ ਕਰਨ ਆਏ ਪੰਡਤ ਨੂੰ ਕਿਹਾ ਕਿ ਤੁਸੀਂ ਆਪਣੀ ਬਹਿਸ ਸ਼ੁਰੂ ਕਰੋ। ਪੰਡਤ ਨੇ ਸੋਚਿਆ ਕਿ ਬਹਿਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਸ ਦੇ ਗ੍ਰੰਥ ਦਾ ਪਰਿਚੈ ਲਵਾਂ ਕਿ ਜਿਹੜਾ ਇਹ ਕੱਛ ਵਿੱਚ ਗ੍ਰੰਥ ਲਈ ਫਿਰਦਾ ਹੈ, ਇਹ ਕਿਹੜਾ ਗ੍ਰੰਥ ਹੈ। ਕਿਉਂਕਿ ਗਾਂਗੇ ਤੇਲੀ ਦੀ ਨਿਰਭੈਤਾ ਅਤੇ ਬਸਤਰਾਂ ਨੂੰ ਦੇਖ ਕੇ ਉਹ ਪੰਡਤ ਬਹੁਤ ਪ੍ਰਭਾਵਿਤ ਹੋ ਚੁੱਕਾ ਸੀ ਕਿ ਇਹ ਭਾਰੀ ਵਿਦਵਾਨ ਲੱਗਦਾ ਹੈ। ਤਾਂ ਉਸਨੇ ਪੁੱਛਿਆ ਕਿ ਤੇਰੇ ਕੋਲ ਇਹ ਕਿਹੜੀ ਪੁਸਤਕ ਹੈ ਜਾਂ ਕਿਹੜਾ ਸ਼ਾਸਤਰ ਹੈ। ਤਾਂ ਗਾਂਗੇ ਤੇਲੀ ਕੋਲ ਕੋਈ ਸ਼ਾਸਤਰ ਤਾਂ ਹੈ ਨਹੀਂ ਸੀ। ਤਦ ਉਸੇ ਤਰ੍ਹਾਂ ਦੀ ਬੋਲੀ ਦੀ ਨਕਲ ਕਰਦਿਆਂ ਗਾਂਗੇ ਤੇਲੀ ਨੇ ਕਿਹਾ ਕਿ ਕੰਕਟਚੂਰ ਸ਼ਾਸਤਰ ਹੈ। ਫਿਰ ਪੰਡਤ ਨੇ ਵਿਚਾਰਿਆ ਕਿ ਮੈਂ 18 ਪੁਰਾਣ ਪੜ੍ਹੇ ਹਨ, 6 ਸ਼ਾਸਤਰ ਅਤੇ ਸਾਰੀਆਂ ਉਪਨਿਸ਼ਦਾਂ ਪੜ੍ਹੀਆਂ ਹਨ, ਪਰ ਇਹ ਨਾਮ ਪਹਿਲੀ ਵਾਰ ਸੁਣ ਰਿਹਾ ਹਾਂ। ਪੰਡਤ ਹੋਰ ਵੀ ਭੈਭੀਤ ਹੋ ਗਿਆ। ਜੋ ਪੰਡਤ ਤੇ ਗਾਂਗੇ ਤੇਲੀ ਦੇ ਆਉਂਦਿਆਂ ਪ੍ਰਭਾਵ ਪਿਆ ਸੀ ਕਿ ਇਹ ਕੋਈ ਬਹੁਤ ਵੱਡਾ ਵਿਦਵਾਨ ਹੈ, ਉਸ ਦੇ ਬੋਲਣ ਤੋਂ ਸਹੀ ਸਾਬਤ ਹੋਣ ਲੱਗਾ। ਪੰਡਤ ਨੇ ਆਪਣੀ ਚਰਚਾ ਦਾ ਪੈਂਤੜਾ ਬਦਲ ਦਿੱਤਾ। ਉੱਠ ਕੇ ਰਾਜੇ ਭੋਜ ਨੂੰ ਕਹਿਣ ਲੱਗਾ ਕਿ ਮੇਰੀ ਬੇਨਤੀ ਹੈ ਕਿ ਚਰਚਾ ਸੈਨਤ ਦੀ ਹੋਵੇਗੀ। ਮੈਂ ਸੈਨਤ ਵਿੱਚ ਪ੍ਰਸ਼ਨ ਕਰਾਂਗਾ ਤੇ ਇਹ ਸੈਨਤ ਵਿੱਚ ਉੱਤਰ ਦੇਵੇ। ਤਾਂ ਗਾਂਗੇ ਤੇਲੀ ਨੂੰ ਪੁੱਛਿਆ ਕਿ ਦੱਸੋ ਤੁਸੀਂ ਸਹਿਮਤ ਹੋ। ਤਾਂ ਉਸਨੇ ਕਿਹਾ ਕਿ ਜਿਵੇਂ ਪੰਡਤ ਜੀ ਦੀ ਮਰਜ਼ੀ ਹੈ
ਮੈਂ ਬੋਲ ਕੇ ਵੀ ਚਰਚਾ ਕਰਨ ਨੂੰ ਤਿਆਰ ਹਾਂ ਅਤੇ ਸੈਨਤ ਕਰਨ ਦੀ ਚਰਚਾ ਨੂੰ ਵੀ ਤਿਆਰ ਹਾਂ, ਪਰ ਇਹ ਪੰਡਤ ਅੱਜ ਸੁੱਕਾ ਨਹੀਂ ਜਾਵੇਗਾ। ਤਾਂ ਪੰਡਤ ਨੇ ਚਰਚਾ ਦੀ ਸੈਨਤ ਵਿੱਚ ਇੱਕ ਉਂਗਲ ਖੜੀ ਕੀਤੀ ਤਾਂ ਗਾਂਗੇ ਤੇਲੀ ਨੇ 2 ਉਂਗਲਾਂ ਖੜੀਆਂ ਕਰ ਦਿੱਤੀਆਂ। ਫਿਰ ਪੰਡਤ ਨੇ 5 ਉਂਗਲਾਂ ਭਾਵ ਪੰਜਾ ਦਿਖਾਇਆ ਤਾਂ ਗਾਂਗੇ ਤੇਲੀ ਨੇ ਅੰਗੂਠੇ ਸਮੇਤ ਘਸੁੰਨ ਵੱਟ ਕੇ ਚੰਗੀ ਤਰ੍ਹਾਂ ਹੱਥ ਹਿਲਾਇਆ। ਇਸ ਤੋਂ ਅੱਗੇ ਪ੍ਰਸ਼ਨ ਕਰਨ ਵਾਲੇ ਪੰਡਤ ਨੂੰ ਕੋਈ ਗੱਲ ਨਾ ਫੋਰੀ ਕਿ ਜੇ ਕੋਈ ਹੋਰ ਗੱਲ ਸੈਨਤ ਨਾਲ ਕਹਿ ਸਕੇ। ਤਦੋਂ ਪੰਡਤ ਨੇ ਕਿਹਾ ਕਿ ਇਹ ਮੇਰੇ ਨਾਲੋਂ ਵੱਡਾ ਵਿਦਵਾਨ ਹੈ ਅਤੇ ਇਸ ਨੇ ਮੈਨੂੰ ਸਹੀ ਉੱਤਰ ਦੇ ਦਿੱਤੇ ਹਨ। ਭਰੀ ਸਭਾ ਵਿੱਚ ਗਾਂਗੇ ਤੇਲੀ ਦੀ ਜੈ ਜੈਕਾਰ ਦੀ ਧੁਨ ਉੱਠ ਪਈ ਤੇ ਪੰਡਤ ਦੇ ਹਾਰਨ ਕਾਰਨ ਉਸ ਨੂੰ ਨਿਰਾਸ਼ਤਾ ਹੋਈ। ਜਦੋਂ ਸਭਾ ਉੱਠ ਗਈ ਤਾਂ ਰਾਜੇ ਨੇ ਦੋਨਾਂ ਨੂੰ ਵੱਖਰੇ ਵੱਖਰੇ ਕਰਕੇ ਪੁੱਛਿਆ ਕਿ ਤੁਹਾਡੇ ਸਵਾਲ ਜਵਾਬ ਦਾ ਮੈਨੂੰ ਨਹੀਂ ਪਤਾ ਲੱਗਾ ਕਿ ਤੁਸੀਂ ਕੀ ਕਿਹਾ ਹੈ, ਇਸ ਲਈ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਕੀ ਪ੍ਰਸ਼ਨ ਕੀਤਾ ਤੇ ਕੀ ਉੱਤਰ ਦਿੱਤਾ। ਤਾਂ ਉਹ ਵਿਦਵਾਨ ਪੰਡਤ ਕਹਿਣ ਲੱਗਾ ਕਿ ਮੈਂ ਪਹਿਲਾ ਪ੍ਰਸ਼ਨ ਕੀਤਾ ਸੀ ਕਿ ਇਹ ਸੰਸਾਰ ਨੂੰ ਰਚਣ ਵਾਲਾ ਪਰਮਾਤਮਾ ਇੱਕ ਹੈ, ਤੇ ਮੈਂ ਇੱਕ ਉਂਗਲ ਖੜੀ ਕੀਤੀ ਸੀ ਤੇ ਗਾਂਗੇ ਤੇਲੀ ਨੇ 2 ਉਂਗਲਾਂ ਖੜੀਆਂ ਕਰਕੇ ਉੱਤਰ ਦਿੱਤਾ ਕਿ ਦੂਸਰੀ ਮਾਇਆ ਵੀ ਹੈ। ਇਸ ਲਈ ਮੈਂ ਚਰਚਾ ਦਾ ਪ੍ਰਸ਼ਨ ਅੱਗੇ ਕਰਨ ਲਈ ਪੰਜਾ ਖੜਾ ਕੀਤਾ ਕਿ ਇਸ ਸੰਸਾਰ ਦੀ ਰਚਨਾ ਵਿੱਚ 5 ਤੱਤ ਵੀ ਹਨ। ਮਾਇਆ ਇਕੱਲੀ ਕੁਝ ਨਹੀਂ ਕਰ ਸਕਦੀ। ਬ੍ਰਹਮ ਦੀ ਸੱਤਾ ਪਾ ਕੇ ਮਾਇਆ ਨੇ 5 ਤੱਤਾਂ ਦੀ ਰਚਨਾ ਕਰ ਲਈ। ਇਸ ਨੇ ਮੁੱਕੀ ਵੱਟ ਕੇ ਉੱਤਰ ਦੇ ਦਿੱਤਾ ਕਿ ਇਹ ਇਕੱਲੇ ਇਕੱਲੇ ਤੱਤ ਕੁਝ ਨਹੀਂ ਕਰ ਸਕਦੇ, ਇਹ ਇਕੱਠੇ ਹੋਣ ਤਾਂ ਹੀ ਸੰਸਾਰ ਦੀ ਰਚਨਾ ਹੁੰਦੀ ਹੈ। ਫਿਰ ਇਸ ਤੋਂ ਅੱਗੇ ਮੇਰੇ ਕੋਲ ਕੋਈ ਸਵਾਲ ਹੀ ਨਾ ਰਿਹਾ। ਮੈਂ ਤਾਂ ਪ੍ਰਸ਼ਨ ਸੋਚ ਕੇ ਕਰਦਾ ਸੀ, ਪਰ ਇਹ ਤੁਰੰਤ ਹੀ ਉੱਤਰ ਦੇ ਦਿੰਦਾ ਸੀ। ਇਸ ਲਈ ਮੈਂ ਹਾਰ ਮੰਨ ਲਈ। ਫਿਰ ਗਾਂਗੇ ਤੇਲੀ ਨੂੰ ਬੁਲਾਇਆ ਤੇ ਇਹ ਪ੍ਰਸ਼ਨ ਉਸ ਕੋਲੋਂ ਪੁੱਛੇ ਕਿ ਗਾਂਗੇ ਤੇਲੀ, ਪੰਡਤ ਦੇ ਪ੍ਰਸ਼ਨ ਦਾ ਤੂੰ ਕੀ ਭਾਵ ਸਮਝਿਆ, ਕੀ ਉੱਤਰ ਦਿੱਤਾ। ਤਾਂ ਉਹ ਕਹਿਣ ਲੱਗਾ ਕਿ ਮਹਾਰਾਜ, ਇਹ ਪੜ੍ਹਿਆ ਲਿਖਿਆ ਮੂਰਖ ਹੈ। ਇਸਨੇ ਮੇਰੀ ਇੱਕ ਕਾਣੀ ਅੱਖ ਉੱਪਰ ਇੱਕ ਉਂਗਲ ਉਠਾਈ ਕਿ ਤੇਰੀ ਇੱਕ ਹੀ ਅੱਖ ਹੈ, ਉਹ ਵੀ ਮੈਂ ਇੱਕ ਉਂਗਲ ਮਾਰ ਕੇ ਭੰਨ ਦਿਆਂਗਾ ਤੇ ਤੈਨੂੰ ਅੰਨਾ ਕਰ ਦਿਆਂਗਾ। ਤਾਂ ਮੈਂ ਉਸ ਦੇ ਮੁਕਾਬਲੇ ਵਿੱਚ 2 ਉਂਗਲਾਂ ਖੜੀਆਂ ਕੀਤੀਆਂ ਕਿ ਮੈਂ ਤੇਰੀਆਂ ਦੋਵੇਂ ਹੀ ਭੰਨ ਦਿਆਂਗਾ। ਤਾਂ ਫਿਰ ਇਸਨੇ ਮੈਨੂੰ ਹੱਥ ਖੋਲ ਕੇ ਚਪੇੜ ਵਿਖਾਈ ਕਿ ਤੇਰੇ ਮੂੰਹ ਉੱਪਰ ਚਪੇੜ ਮਾਰਾਂਗਾ। ਤਾਂ ਮੈਂ ਮੁੱਕੀ ਵੱਟ ਕੇ ਉੱਤਰ ਦਿੱਤਾ ਕਿ ਮੈਂ ਤੇਰੀ ਵੱਖੀ ਵਿੱਚ ਮੁੱਕੀ ਮਾਰ ਕੇ ਵੱਖੀ ਭੰਨ ਦਿਆਂਗਾ। ਬਸ ਫੇਰ ਕੀ ਸੀ, ਇਸਨੇ ਮੇਰੀ ਮੁੱਕੀ ਤੋਂ ਡਰਦੇ ਹੋਏ ਨੇ ਆਪਣੀ ਹਾਰ ਮੰਨ ਲਈ। ਇਹ ਸੁਣ ਕੇ ਰਾਜਾ ਭੋਜ ਖੁਸ਼ ਹੋ ਗਿਆ ਅਤੇ ਸਿਰਜਣਹਾਰ ਤੋਂ ਕੁਰਬਾਨ ਵੀ ਹੋਇਆ ਕਿ ਦਾਤਾ, ਜੇਕਰ ਤੂੰ ਚਾਹੇਂ ਤਾਂ ਮਹਾਮੂਰਖ ਨੂੰ ਵਿਦਵਾਨ ਬਣਾ ਸਕਦਾ ਹੈ ਅਤੇ ਮਹਾਵਿਦਵਾਨ ਤੋਂ ਮੂਰਖ ਵੀ ਬਣਾ ਸਕਦਾ ਹੈ। ਸਾਧ ਸੰਗਤ ਜੀ, ਇਸੇ ਸਾਖੀ ਉੱਪਰ ਭਗਤ ਕਬੀਰ ਸਾਹਿਬ ਦਾ ਇੱਕ ਪਾਵਨ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 1252 ਉੱਪਰ ਸੁਸ਼ੋਭਿਤ ਹੈ। ਉਹ ਇਸ ਪ੍ਰਕਾਰ ਹੈ, ਖਲ ਮੂਰਖ ਤੇ ਪੰਡਤ ਕਰੇ ਬੋ, ਪੰਡਤ ਤੇ ਮੁਗਧਾਰੀ। ਭਗਤ ਕਬੀਰ ਸਾਹਿਬ ਫਰਮਾ ਰਹੇ ਹਨ, ਪਰਮਾਤਮਾ ਮਹਾਮੂਰਖ ਤੋਂ ਵਿਦਵਾਨ ਬਣਾ ਦਿੰਦਾ ਹੈ ਅਤੇ ਪੰਡਤ ਤੋਂ ਮੂਰਖ ਕਰ ਦਿੰਦਾ ਹੈ। ਇੱਕ ਬੁੱਧੂ ਅਤੇ ਮੂੜ ਤੋਂ ਪਰਮਾਤਮਾ ਵਿਦਵਾਨ ਬਣਾ ਦਿੰਦਾ ਹੈ ਅਤੇ ਇੱਕ ਆਲਮ ਤੋਂ ਬੇਵਕੂਫ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਛੱਜੂ ਝੀਵਰ ਤੋਂ ਗੀਤਾ ਦੇ ਅਰਥ ਕਰਵਾ ਕੇ ਉਸ ਨੂੰ ਵਿਦਵਾਨ ਬਣਾ ਦਿੱਤਾ ਸੀ ਤੇ ਵਿਦਵਾਨ ਪੰਡਤ ਨੂੰ ਇੱਕ ਤਰ੍ਹਾਂ ਦਾ ਮੂਰਖ ਹੀ ਬਣਾ ਦਿੱਤਾ ਸੀ, ਜੋ ਉਸ ਨੂੰ ਛੱਜੂ ਝੀਵਰ ਦੇ ਸਾਹਮਣੇ ਕੋਈ ਗੱਲ ਹੀ ਨਾ ਆਈ। ਇਸ ਤੋਂ ਬਾਅਦ ਉਹ ਲਾਲ ਚੰਦ ਪੰਡਤ ਸ਼ਰਨਾਰਥੀ ਹੋ ਗਿਆ ਅਤੇ ਗੁਰੂ ਸਾਹਿਬ ਜੀ ਤੋਂ ਸਿੱਖੀ ਧਾਰਨ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ।